ਸੋਨੂ ਸੂਦ ਦੇ ਸਟਾਰਡਮ ਤੋਂ ਕਿਤੇ ਕੋਈ ਖੌਫ ਤਾਂ ਨਹੀਂਗਾ? ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਫਰਕ ਪੈਂਦਾ, ਮੇਰੇ ਸਾਹਮਣੇ ਕੋਈ ਵੀ ਖੜਾ ਹੋਵੇ। ਪੰਜਾਬ ਦੀ ਰਾਜਨੀਤੀ ਤਾਂ ਗੰਦੀ ਹੈ ਹੀ, ਮੈਨੂੰ ਅੱਜ ਫੀਲ ਹੋ ਰਿਹਾ ਰਾਜਨੀਤੀ 'ਚ ਆ ਕੇ ਕਿ ਬਹੁਤ ਜ਼ਿਆਦਾ ਗੰਦੀ ਹੈ। ਇੰਨੇ ਅੱਛੇ ਸਕੂਲਸ ਦੇ ਬੱਚੇ 10th ਕਲਾਸ ਦੇ ਵਿੱਚ ਡਰੱਗਸ ਲੈ ਸਕਦੇ ਆ। ਆਮ ਆਦਮੀ ਪਾਰਟੀ ਦਾ ਨਾਰਾ ਹੈ ਕਿ ਅਸੀਂ ਆਮ ਘਰਾਂ ਦੇ ਬੱਚਿਆਂ ਨੂੰ, ਨੌਜਵਾਨਾਂ ਨੂੰ ਉਮੀਦਵਾਰ ਬਣਾਉਣੇ ਆ। ਆਮ ਘਰਾਂ ਚੋਂ ਲੋਕ ਚੁੱਕਦੇ ਆ, ਉਹਨਾਂ ਨੂੰ ਵਿਧਾਇਕ ਬਣਾਉਣਾ ਚਾਹੁੰਦੇ ਆ ਤਾਂ ਜੋ ਤੁਹਾਡੀਆਂ ਮੁਸੀਬਤਾਂ ਦੇ ਹੱਲ ਇਹ ਲਾਅ ਮੇਕਰ ਬਣ ਕੇ ਕਰਨ। ਮੋਗਾ ਹੌਟ ਸੀਟ ਹੈ ਔਰ ਇਸ ਹੌਟ ਸੀਟ ਤੇ ਸਟਾਰ ਸਟੱਡਡ ਮੁਕਾਬਲਾ ਮਾਲਵਿਕਾ ਸੂਦ ਨਾਲ ਕੰਪੇਨ ਕਰ ਰਿਹਾ ਸੋਨੂ ਸੂਦ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਫਿਰ ਆਮ ਪਰਿਵਾਰ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ। ਡਾਕਟਰ ਅਮਨਦੀਪ ਕੌਰ ਉਮੀਦਵਾਰ ਨੇ, ਸਾਡੇ ਨਾਲ ਨੇ। ਬਹੁਤ ਸਵਾਗਤ ਹੈ ਜੀ ਔਨ 에ਅਰ ਤੇ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਔਨ 에ਅਰ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮਾਲਵਿਕਾ ਕਹਿੰਦੇ ਆ ਕਿ ਮੈਂ ਮੋਗੇ ਦੀ ਧੀ ਆ, ਫਿਰ ਤੁਸੀਂ ਕੀ ਹੋ? ਮੈਂ ਦੇਖੋ, ਪੰਜਾਬ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਪੰਜਾਬ ਦੇ ਵਿੱਚ ਬੇਟੀਆਂ ਪੈਦਾ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ ਮੈਰਿਜ ਹੁੰਦੀ ਹੈ, ਉਹ ਪੰਜਾਬ ਦੀਆਂ ਬੇਟੀਆਂ ਵੀ ਹੈ ਤੇ ਪੰਜਾਬ ਦੀਆਂ ਨੂੰਹਾਂ ਵੀ ਹੈ। ਸੋ ਮੈਂ ਮੋਗੇ ਦੀ ਨੂੰਹ ਵੀ ਹਾਂ ਤੇ ਮੋਗੇ ਦੀ ਬੇਟੀ ਵੀ ਹਾਂ, ਕਿਉਂਕਿ ਕਹਿੰਦੇ ਆ ਕਿ ਨੂੰਹਾਂ ਨੂੰ ਆਪਣੀ ਬੇਟੀ ਬਣਾ ਕੇ ਰੱਖਣਾ ਚਾਹੀਦਾ ਹੈ। ਸੋ ਉਸ ਅਕੋਰਡਿੰਗ ਮੈਂ ਬੇਟੀ ਵੀ ਹਾਂ ਤੇ ਨੂੰਹ ਵੀ ਹਾਂ। ਕੀ ਵਿਜ਼ਨ ਹੈ ਤੁਹਾਡਾ? ਬਹੁਤ ਸਾਰੀਆਂ ਅੱਜ ਮੈਂ ਸਵੇਰ ਤੋਂ ਇੰਟਰਵਿਊਜ਼ ਤਕਰੀਬਨ ਸਾਰੇ ਉਮੀਦਵਾਰਾਂ ਦੀਆਂ ਕਰ ਰਿਹਾ। ਕੋਈ ਕਹਿ ਰਿਹਾ ਜੀ ਗਲੀਆਂ ਨਾਲੀਆਂ ਬਣਾਉਣੀਆਂ ਅਸੀਂ, ਕੋਈ ਕਹਿੰਦਾ ਹਸਪੀਟਲਸ ਬਣਾਉਣੇ ਆ। ਤੁਹਾਡਾ ਵਿਜ਼ਨ ਕੀ ਹੈ? ਸਰ, ਸਭ ਤੋਂ ਪਹਿਲਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਸਾਡਾ ਮੇਨ ਮੁੱਦੇ ਹੈਗੇ ਆ ਜਿਸ ਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਅਸੀਂ ਐਜੂਕੇਸ਼ਨ, ਹੈਲਥ ਐਂਡ ਰੋਜ਼ਗਾਰ ਤੇ ਕੰਮ ਕਰਾਂਗੇ। ਬਾਕੀ ਤੁਸੀਂ ਸਾਡੇ ਜਿੰਨੇ ਵੀ ਲੋਕਲ ਮੁੱਦੇ ਹੁੰਦੇ ਆ ਹਰ ਵਾਰਡ ਦੇ ਜਾਂ ਹਰ ਸਿਟੀ ਦਾ ਜਾਂ ਹਰ ਪਿੰਡਾਂ ਦੇ, ਉਹਨਾਂ ਨੂੰ ਪ੍ਰਾਇੋਰਟੀ ਬੇਸ ਤੇ ਸੋਲਵ ਕੀਤਾ ਜਾਏਗਾ। ਸਾਡੇ ਆਪਾਂ ਨੂੰ ਸਭ ਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਬੱਚਿਆਂ ਦੇ ਲਈ ਸਰਕਾਰੀ ਸਕੂਲ ਹੈਗੇ ਆ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਹੈ। ਸਕੂਲਾਂ ਦੇ ਵਿੱਚ ਟੀਚਰਸ ਹੈ ਨਹੀਂਗੇ, ਜਿਹੜੇ ਸਾਡੇ ਟੀਚਰਸ ਪੜ੍ਹ ਲਿਖ ਕੇ ਐਗਜ਼ਾਮ ਦੇ ਕੇ ਬੈਠੇ ਆ ਕੰਟਰੈਕਟ ਦੇ ਉੱਤੇ ਸੀਗੇ, ਉਹ ਵਿਚਾਰੇ ਧਰਨਿਆਂ ਤੇ ਬੈਠੇ ਆ। ਸਕੂਲਾਂ ਦੇ ਵਿੱਚ ਇੱਕ ਟੀਚਰ ਹੈ ਜਾਂ ਦੋ ਟੀਚਰ ਹੈ ਜਿਹੜੇ ਪੂਰੇ 5 ਕਲਾਸਿਸ ਨੂੰ ਪੜ੍ਹਾ ਰਹੇ ਆ। ਸੋ ਕਿੱਦਾਂ ਦੀ ਐਜੂਕੇਸ਼ਨ ਬੱਚਿਆਂ ਨੂੰ ਮਿਲ ਰਹੀ ਹੈ ਆਪਾਂ ਸੋਚ ਸਕਦੇ ਹਾਂ। ਐਂਡ ਹੈਲਥ ਦੀ ਅਸੀਂ ਗੱਲ ਕਰੀਏ ਤਾਂ ਸਾਡੇ ਮੋਗੇ ਦਾ ਜਿਹੜਾ ਸਿਵਲ ਹਸਪੀਟਲ ਹੈ ਉਹ ਮੋਗਾ ਦੇ ਸੈਂਟਰ ਦੇ ਵਿੱਚ ਹੈਗਾ ਤੇ ਬਹੁਤ ਹੀ ਕੰਜਸਟਡ ਏਰੀਆ, ਬਹੁਤ ਪੁਰਾਣੀ ਬਿਲਡਿੰਗ ਹੈ ਤੇ ਹਜੇ ਤੱਕ ਮੈਂ ਦੇਖੋ ਪੰਜਾਬ ਦੇ ਵਿੱਚ ਦੋ ਰਿਵਾਇਤੀ ਪਾਰਟੀਆਂ ਨੇ ਪੰਜਾਬ ਦੀ ਸੱਤਾ ਹੰਢਾਈ ਹੈ, ਕਾਂਗਰਸ ਐਂਡ ਅਕਾਲੀ ਦਲ, ਕਿਉਂਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਸੀਗਾ। ਸੋ 70 to 75 ਇਅਰਸ ਹੋ ਗਿਆ, ਲੇਕਿਨ ਸਾਡੇ ਹਸਪੀਟਲਸ ਦੇ ਵਿੱਚ ਹਜੇ ਤੱਕ ਕਿਸੇ ਵੀ ਸਰਕਾਰੀ ਹਸਪੀਟਲ ਦੇ ਵਿੱਚ ਸਾਡੇ ਸਿਟੀ ਸਕੈਨ ਜਾਂ MRI ਦੀਆਂ ਹਜੇ ਤੱਕ ਮਸ਼ੀਨਸ ਨਹੀਂ ਲੱਗੀਆਂ। ਕਿਉਂ ਨਹੀਂ ਲੱਗੀਆਂ, ਮੈਂ ਇਹ ਸਰਕਾਰਾਂ ਤੋਂ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਅਗਰ ਸਿੰਗਲ ਡਾਕਟਰ ਆਪਣੇ ਹਸਪੀਟਲ ਦੇ ਵਿੱਚ ਇਹ ਸਾਰੀਆਂ ਫੈਸਿਲਿਟੀਜ਼ ਲੈ ਕੇ ਆ ਸਕਦੇ ਆ ਤਾਂ ਸਾਡੀਆਂ ਸਰਕਾਰਾਂ ਦੇ ਕਿਹੜੇ ਖਜ਼ਾਨੇ ਖਾਲੀ ਸੀਗੀ ਕਿ ਉਹ ਆਮ ਲੋਕਾਂ ਦੇ ਲਈ ਇਹ ਚੀਜ਼ਾਂ ਪ੍ਰੋਵਾਈਡ ਨਹੀਂ ਕਰਵਾ ਸਕਦੇ ਸੀ। ਕਿਉਂਕਿ ਇਹ ਬਹੁਤ ਚਰਚਾ ਹੁੰਦੀ ਹੈ ਪ੍ਰਾਈਵੇਟ ਹਸਪੀਟਲਸ ਦਾ, ਜਿਹੜਾ ਇੱਕ ਮੈਡੀਕਲ ਮਾਫੀਆ ਹੈ, ਦਵਾਈਆਂ ਮਹਿੰਗੀਆਂ, ਕਦੇ ਸਿਵਲ ਹਸਪਤਾਲਾਂ ਨੂੰ ਫੈਸਿਲਿਟੀ ਦੇਣੀ ਨਹੀਂ ਦਿੱਤੀ ਜਾਂਦੀ। ਸਰ, ਇਦਾਂ ਮੈਂ ਨਹੀਂ ਕਹਿ ਸਕਦੀ, ਬਟ ਦੇਖੋ ਸਰਕਾਰ ਦੀ ਜੋ ਵੀ ਸਰਕਾਰਾਂ ਹੋਣ ਦੇ ਵਿੱਚ ਆਉਂਦੀਆਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਮ ਲੋਕਾਂ ਦੀ ਦੇਖ ਰੇਖ ਕਰਨਾ, ਉਹਨਾਂ ਨੂੰ ਅੱਛੀ ਹੈਲਥ ਦੇਣਾ, ਅੱਛੀ ਐਜੂਕੇਸ਼ਨ ਦੇਣਾ ਤੇ ਬੱਚਿਆਂ ਨੂੰ ਰੋਜ਼ਗਾਰ ਦੇਣਾ। ਬਟ ਸਾਡੀਆਂ ਸਰਕਾਰਾਂ ਇਹਨਾਂ ਕੰਮਾਂ ਦੇ ਵਿੱਚ ਮੈਨੂੰ ਲੱਗਦਾ ਕਿ ਫੇਲ ਰਹੀਆਂ ਨੇ, ਕਿਉਂਕਿ ਨਾ ਤਾਂ ਸਾਡੇ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ, ਨਾ ਸਾਡੇ ਬੱਚਿਆਂ ਨੂੰ ਅੱਛੀ ਸਿੱਖਿਆ ਮਿਲ ਰਹੀ ਹੈ, ਕਿਉਂਕਿ ਸਾਰੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਹੈ, ਨਾ ਸਾਨੂੰ ਅੱਛਾ ਹੈਲਥ ਸਿਸਟਮ ਮਿਲਿਆ। ਕਿਉਂਕਿ ਅੱਜ ਵੀ ਸਾਡੇ ਗਰੀਬ, ਮੈਂ ਇੱਕ ਡਾਕਟਰ ਹਾਂ, ਮੈਨੂੰ ਪਤਾ ਕਿ ਜਿੰਨੀਆਂ ਵੀ ਮੇਰੀਆਂ ਫੀਮੇਲਸ ਹੈਗੀਆਂ ਘਰਾਂ ਦੇ ਵਿੱਚ ਆਪਣੇ ਔਰਤਾਂ ਹੁੰਦੀਆਂ ਨੇ, ਉਹ ਬਹੁਤ ਸਟਾਰਟਿੰਗ ਦੇ ਵਿੱਚ ਉਹ ਨਹੀਂ ਦੱਸਦੀਆਂ, ਉਹਨਾਂ ਨੂੰ ਕੋਈ ਦਿੱਕਤ ਹੁੰਦੀ ਹੈ, ਉਹ ਵੇਟ ਕਰਦੀਆਂ ਨੇ ਕਿ ਸ਼ਾਇਦ ਉਹ ਠੀਕ ਹੋ ਜਾਣਗੀਆਂ, ਸ਼ਾਇਦ ਉਹ ਡਰਦੀਆਂ ਨੇ ਕਿ ਬੇਟੇ ਤੋਂ ਪੈਸੇ ਮੰਗਣੇ ਪੈਣਗੇ ਜਾਂ ਹਸਬੈਂਡ ਤੋਂ ਪੈਸੇ ਮੰਗਣੇ ਪੈਣਗੇ। ਸੋ ਜਦੋਂ ਤੱਕ ਕੋਈ ਵੀ ਡਿਜ਼ੀਜ਼ ਬਹੁਤ ਜ਼ਿਆਦਾ ਨਹੀਂ ਹੋ ਜਾਂਦੀ ਜਾਂ ਦਿੱਕਤ ਬਹੁਤ ਜ਼ਿਆਦਾ ਨਹੀਂ ਹੁੰਦੀ, ਉਹ ਫੈਮਿਲੀ 'ਚ ਨਹੀਂ ਦੱਸਦੀਆਂ। ਸੋ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਅੱਛੀ ਹੈਲਥ ਸਿਸਟਮ ਪ੍ਰੋਵਾਈਡ ਕਰਵਾਉਣ, ਸਾਰੇ ਟੈਸਟ ਫ੍ਰੀ ਹੋਣ, ਸਾਰੇ MRI CT ਸਕੈਨਸ ਫ੍ਰੀ ਹੋਣ, ਈਵਨ ਮੈਂ ਤਾਂ ਕਹਿੰਦੀ ਹਾਂ ਪੈਟ ਸਕੈਨ ਵਗੈਰਾ ਵੀ ਫ੍ਰੀ ਹੋਣੀ ਚਾਹੀਦੀ ਹੈ, ਕਿਉਂਕਿ ਸਿਰਫ ਆਪਣੇ PGI ਚੰਡੀਗੜ੍ਹ ਦੇ ਵਿੱਚ ਇਹ ਫੈਸਿਲਿਟੀ ਹੈਗੀ ਆ, ਉੱਥੇ ਵੀ ਲੋਕਾਂ ਨੂੰ ਬਹੁਤ ਵੇਟ ਕਰਨੀ ਪੈਂਦੀ ਹੈ।
1 2 ਮੰਥਸ ਉਹਨਾਂ ਨੂੰ ਰੋ ਦੇ ਵਿੱਚ ਲੱਗਣਾ ਪੈਂਦਾ, ਫਿਰ ਉਹ ਜਾ ਕੇ ਕਿਤੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਆ। ਸੋ ਇਹ ਚੀਜ਼ਾਂ ਤੋਂ ਇਹ ਮੈਂ ਕਹੂੰਗੀ ਕਿ ਸਰਕਾਰ ਦੀਆਂ, ਆਪਣੀਆਂ ਸਰਕਾਰਾਂ ਦੀ ਨਲਾਇਕੀ ਰਹੀ ਹੈ ਕਿ ਆਮ ਲੋਕਾਂ ਬਾਰੇ ਨਹੀਂ ਸੋਚਿਆ। ਥੋੜੀ ਪਰਸਨਲ ਆਪਦੇ ਬਾਰੇ ਜਾਣਕਾਰੀ ਦਿਓ ਕਿ ਡਾਕਟਰ ਅਮਨਦੀਪ ਕੌਰ ਕਿੱਥੇ ਪੜ੍ਹੇ, ਕੀ ਕੀਤਾ, ਔਰ ਫਿਰ ਮੋਗੇ ਆ ਕੇ ਕਦੋਂ ਤੁਸੀਂ ਕਦੋਂ ਵਿਆਹੇ ਗਏ, ਕਦੋਂ ਇੱਥੇ ਆਏ ਹੋ? ਸਰ ਮੈਂ ਮੇਰੇ ਫਾਦਰ ਸਾਹਿਬ ਆਰਮੀ ਦੇ ਵਿੱਚ ਸੀਗੇ ਤੇ 32 ਇਅਰਸ ਆਰਮੀ ਚ ਜੌਬ ਕਰਕੇ ਆਏ ਆ, ਕਾਰਗਿਲ ਦੀ ਲੜਾਈ ਵੀ ਲੜ ਕੇ ਆਏ ਆ। ਐਂਡ ਅਸੀਂ 3 ਬ੍ਰਦਰ ਸਿਸਟਰ ਆ, ਤਿੰਨੋਂ ਹੀ ਡਾਕਟਰ ਆ। ਤੇ ਮੇਰੀ ਸਿਸਟਰ ਹੈ ਉਹ ਲੁਧਿਆਣੇ ਹੈਗੀ ਆ ਦੀਪ ਕਲਚਰ ਹੈ ਫੈਮਿਲੀ ਦੇ ਵਿੱਚ? ਨਹੀਂ ਸਰ, ਐਕਚੁਅਲੀ ਮੈਂ ਜਦੋਂ ਪੜ੍ਹ ਗਈ ਤੇ ਫਿਰ ਤੁਹਾਨੂੰ ਪਤਾ ਨਾ ਕਿ ਆਪਣੀ ਪੰਜਾਬੀਆਂ ਦੀ ਰੀਸ ਹੁੰਦੀ ਹੈ ਕਿ ਉਹ ਵੱਡੀ ਡਾਕਟਰ ਬਣ ਗਈ ਤੇ ਹੁਣ ਵੀ ਜਿੱਦ ਕਰ ਲਈ ਵੀ ਹੁਣ ਵੱਡੀ ਬਣ ਗਈ, ਮੈਂ ਵੀ ਬਣੂੰਗੀ। ਉਹ ਫਿਰ ਬ੍ਰਦਰ ਨੂੰ ਹੋਇਆ ਕਿ ਉਹਨੂੰ ਸਾਰੇ ਕਹਿੰਦੇ ਸੀਗੇ ਤੇਰੀਆਂ ਸਿਸਟਰਸ ਨੇ ਤਾਂ ਪੜ੍ਹ ਲਈਆਂ, ਹੁਣ ਤੂੰ ਟਰੈਕਟਰ ਚਲਾਣਾ ਖੇਤਾਂ 'ਚ, ਕਿਉਂਕਿ ਇੱਕ ਜੱਟ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ। ਮੇਰੀ ਮੈਰਿਜ ਹੋਈ ਆ ਅਰੋੜਾ ਫੈਮਿਲੀ 'ਚ। ਐਂਡ ਫਿਰ ਬ੍ਰਦਰ ਵੀ, ਉਹਨੂੰ ਵੀ ਸੀਗਾ ਕਿ ਅਗਰ ਇਹ ਡਾਕਟਰ ਬਣ ਗਈਆਂ ਤਾਂ ਮੈਂ ਵੀ ਡਾਕਟਰ ਬਣਾ। ਸੋ ਅਸੀਂ ਤਿੰਨੋਂ ਬ੍ਰਦਰ ਸਿਸਟਰ ਡਾਕਟਰ ਆ। ਤੇ ਮੇਰੀ ਮੈਰਿਜ ਇੱਥੇ ਡਾਕਟਰ ਸਾਹਿਬ ਦੇ ਨਾਲ ਹੋਈ ਮੋਗਾ ਦੇ ਵਿੱਚ, ਤੇ 2010 ਤੋਂ ਅਸੀਂ ਮੋਗਾ 'ਚ ਮਤਲਬ ਰਹਿ ਰਹੀ ਹਾਂ ਮੈਂ। ਇਹ ਕਿੰਨੀ ਪ੍ਰਿਵਿਲੇਜ ਹੈ ਨਾ ਵੀ ਜੇ ਕੋਈ ਜੱਟ ਪਰਿਵਾਰ ਮਿਲ ਜੇ ਉਹਨਾਂ ਨੂੰ ਕਹੋ ਤੁਹਾਡੀ ਧੀ ਆ ਮੈਂ, ਜੇ ਕੋਈ ਰੋੜਾ ਪਰਿਵਾਰ ਮਿਲ ਜੇ ਕਹੋ ਤੁਹਾਡੀ ਨੂੰਹ ਆ ਮੈਂ। ਏਦਾਂ ਹੀ ਹੋ ਰਹੀ ਹੈ ਸਰ, ਪਿੰਡਾਂ ਦੇ ਵਿੱਚ ਸਭ ਨੂੰ ਹੁੰਦਾ ਕਿ ਸਾਡੀ ਕੁੜੀ ਹੈ, ਐਂਡ ਮੋਗੇ ਦੇ ਵਿੱਚ ਸਭ ਨੂੰ ਇਹ ਹੈ ਕਿ ਸਾਡੀ ਰੋੜਿਆਂ ਦੀ ਨੂੰਹ ਹੈ। ਸੋ ਫਾਇਦਾ ਤਾਂ ਮਿਲ ਹੀ ਰਿਹਾ ਨਾ ਇਸ ਚੀਜ਼ ਦਾ। ਫਾਇਦਾ ਹੈਗਾ ਜੀ ਜੀ। ਪਰ ਇਹ ਮੈਨੂੰ ਦੱਸੋ ਕਿ ਮੁਕਾਬਲਾ, ਇੱਕ ਆਮ ਹੀ ਸਵਾਲ ਹੈ, ਮੁਕਾਬਲਾ ਕਿਹਦੇ ਨਾਲ ਹੈ? ਅਕਾਲੀ ਦਲ ਨਾਲ ਹੈ ਜਾਂ ਕਾਂਗਰਸ ਨਾਲ ਹੈ? ਬੀਜੇਪੀ ਕਿਵੇਂ ਮੰਨਦੇ ਹੋ ਤੁਸੀਂ? ਸਰ ਦੇਖੋ, ਸਾਡੇ ਕਿਸਾਨ ਕਦੇ ਨਹੀਂ ਭੁੱਲਣਗੇ ਜਿਹੜਾ 1 ਸਾਲ ਉਹ ਧਰਨਿਆਂ ਤੇ ਬੈਠ ਕੇ ਆਏ ਆ। ਉੱਥੇ ਤਕਰੀਬਨ 750 ਕਿਸਾਨ ਸ਼ਹੀਦ ਹੋਏ ਆ। ਸੋ ਪੰਜਾਬੀਜ਼ ਕਦੇ ਇੰਨੀ ਜਲਦੀ ਭੁੱਲਣ ਵਾਲੀ ਕੌਮ ਨਹੀਂ ਹੈਗੀ, ਉਹ ਨਹੀਂ ਭੁੱਲਣਗੇ। ਐਂਡ ਅਗਰ ਮੈਂ ਗੱਲ ਕਰਾਂ ਅਕਾਲੀ ਤੇ ਕਾਂਗਰਸੀਆਂ ਦੀ, ਤਾਂ ਉਹਨਾਂ ਨੇ ਕਾਂਗਰਸ ਹੁਣੀ 5 ਸਾਲ ਸਾਡੇ ਪੰਜਾਬ ਦੇ ਵਿੱਚ ਆਪਣੀ ਸੱਤਾ ਹੰਢਾ ਕੇ ਗਏ ਆ। ਲੋਕਾਂ ਨੂੰ ਪਤਾ ਚੱਲ ਗਿਆ ਕਿ ਇਹਨਾਂ ਦੇ ਸਿਰਫ ਝੂਠੇ ਲਾਰੇ ਹੁੰਦੇ ਆ। ਜੋ ਵੀ ਚੋਣ ਮੈਨੀਫੈਸਟੋ ਬਣਦੇ ਆ ਅੱਜ ਤੱਕ ਸਾਡੇ ਪੰਜਾਬ ਜਾਂ ਸਾਡੇ ਹਿੰਦੁਸਤਾਨ ਦੇ ਵਿੱਚ ਉਹਦੇ ਤੇ ਕਦੇ ਉਹਨਾਂ ਨੂੰ ਫੋਲੋ ਨਹੀਂ ਕੀਤਾ ਗਿਆ। ਉਹਨਾਂ ਨੂੰ ਜਸਟ ਚੋਣ ਜਿੱਤਣ ਤੋਂ ਬਾਅਦ ਇੱਕ ਡਸਟਬਿਨ 'ਚ ਇੱਕ ਕਾਗਜ਼ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ। ਸੋ ਇਸ ਵਾਰ ਮੈਨੂੰ ਨਹੀਂ ਲੱਗਦਾ ਕਿ ਅਕਾਲੀਆਂ ਦੇ ਨਾਲ, ਕਾਂਗਰਸੀਆਂ ਦੇ ਨਾਲ ਜਾਂ ਫਿਰ ਸਾਡਾ ਕਿਸੇ ਨਾਲ ਹੈ, ਕਿਉਂਕਿ ਲੋਕੀ ਜਾਗਰੂਕ ਹੋ ਚੁੱਕੇ ਆ। ਲੋਕਾਂ ਨੂੰ ਪਤਾ ਹੈ ਕਿ ਇਸ ਵਾਰ ਪੰਜਾਬ ਨੂੰ ਬਦਲਾਅ ਦੀ ਜ਼ਰੂਰਤ ਹੈ ਤੇ ਉਹ ਬਦਲਾਅ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਪੰਜਾਬ 'ਚ ਲੈ ਕੇ ਆ ਸਕਦੀ ਹੈ। ਸੋਨੂੰ ਸੂਦ ਦੇ ਸਟਾਰਡਮ ਤੋਂ ਕਿਤੇ ਕੋਈ ਖੌਫ ਤਾਂ ਨਹੀਂਗਾ? ਨਹੀਂ ਸਰ, ਬਿਲਕੁਲ ਵੀ ਨਹੀਂ। ਦੇਖੋ, ਉਹ ਰੀਅਲ ਲਾਈਫ ਹੀਰੋ ਹੈ ਐਂਡ ਸਾਨੂੰ ਡਾਕਟਰਸ ਨੂੰ ਕਹਿੰਦੇ ਆ। ਤੇ ਵੈਸੇ ਵੀ ਮੈਂ ਆਰਮੀ ਪੋਲੀਕਲੀਨਿਕ ਦੇ ਵਿੱਚ ਸੀਗੀ 8 ਇਅਰਸ, ਮੈਂ ਫੌਜੀਆਂ ਦੀ ਸੇਵਾ ਹੀ ਕਰਕੇ ਆਈ ਹਾਂ। ਮੈਂ ਹੁਣ ਰਿਜ਼ਾਈਨ ਕਰਨਾ ਮੋਗਾ ਹੀ ਸਰ, ਤੇ ਮੈਂ ਟਿਕਟ ਮਿਲਣ ਤੋਂ ਬਾਅਦ ਰਿਜ਼ਾਈਨ ਕੀਤਾ। ਸੋ ਇੱਕ ਫੌਜੀਆਂ ਵਾਲੀ ਹੈ ਮੇਰੇ 'ਚ ਹਿੰਮਤ। ਸੋ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਫਰਕ ਪੈਂਦਾ, ਮੇਰੇ ਸਾਹਮਣੇ ਕੋਈ ਵੀ ਖੜਾ ਹੋਵੇ। ਮੇਰੇ ਲੋਕ, ਮੇਰੇ ਭਰਾ ਤੇ ਮੇਰੇ ਸਾਰੇ ਮੋਗਾ ਦੇ ਸਾਡੇ ਹਲਕੇ ਦੇ ਨਿਵਾਸੀ ਮੇਰੇ ਨਾਲ ਹੈ, ਤੇ ਉਹ ਪ੍ਰਮਾਤਮਾ ਸਭ ਤੋਂ ਵੱਡਾ, ਉਹ ਨਾਲ ਹੋਵੇ ਤੇ ਫਿਰ ਕਿਸੇ ਤੋਂ ਨਹੀਂ ਘਬਰਾਈਦਾ। ਸਿਆਸਤ ਦਾ ਕਿਵੇਂ ਸੋਚ ਲਿਆ? ਕਿੱਥੇ ਆਰਮੀ, ਕਿੱਥੇ ਡਾਕਟਰੀ ਪੇਸ਼ਾ? ਤੁਸੀਂ ਕਿਹਾ 8 ਸਾਲ ਫਿਰ ਉੱਥੇ ਆਰਮੀ ਦੇ ਹਸਪੀਟਲ 'ਚ ਵੀ ਲਾਏ, ਫਿਰ ਆਲ ਆਫ ਅ ਸਡਨ ਸਿਆਸਤ? ਸਰ, ਮੈਂ ਹਾਊਸ ਜੌਬ ਕਰ ਰਹੀ ਸੀਗੀ ਜਦੋਂ MBBS ਕੰਪਲੀਟ ਕਰਨ ਤੋਂ ਬਾਅਦ। ਉਦੋਂ ਬਹੁਤ ਸਾਰੇ ਪੇਸ਼ੈਂਟ ਇੱਦਾਂ ਦੇ ਆਉਂਦੇ ਸੀ, ਬੱਚੇ ਇੱਦਾਂ ਦੇ ਆਉਂਦੇ ਸੀਗੇ, ਨੌਜਵਾਨ ਜਿਹੜੇ ਓਵਰਡੋਜ਼ ਲੈ ਕੇ ਹਸਪੀਟਲ 'ਚ ਆਉਂਦੇ ਸੀ, ICU ਦੇ ਵਿੱਚ। ਤੇ ਅਸੀਂ ਹਿਸਟਰੀ ਲਿਖਣੀ ਹੁੰਦੀ ਆ, ਫਾਈਲ ਕੰਪਲੀਟ ਕਰਨੀ ਹੁੰਦੀ ਹੈ। ਜਦੋਂ ਉਹਨਾਂ ਦੀ ਫਾਈਲ ਤੇ ਨੋਟਸ ਪਾਉਂਦੇ ਸੀਗੇ ਤਾਂ ਉਹਨਾਂ ਦੀ ਮਦਰ ਜਾਂ ਕਲੋਜ਼ ਰਿਲੇਟਿਵ ਤੋਂ ਹਿਸਟਰੀ ਲੈਣੀ ਹੁੰਦੀ ਹੈ। ਉਹਨਾਂ ਦੀ ਮਦਰ ਮੋਸਟਲੀ ਦਿੰਦੇ ਸੀ ਜਾਂ ਫਾਦਰ। ਸੋ ਜਦੋਂ ਉਹ ਦੱਸਦੇ ਸੀਗੇ ਕਿ ਕਿੱਦਾਂ ਨਸ਼ੇ ਤੇ ਲੱਗੇ, ਕਿੱਦਾਂ ਉਹਨਾਂ ਦੇ ਘਰ ਦਾ ਸਮਾਨ ਤੱਕ ਵੇਚਤਾ ਉਹਨਾਂ ਨੇ, ਤੇ ਉਦੋਂ ਮਾਵਾਂ ਜੋ ਰੋਂਦੀਆਂ ਸੀ ਨਾ, ਜਦੋਂ ਪੇਰੈਂਟਸ ਰੋਂਦੇ ਸੀ, ਕਈ ਬੱਚੇ ਬਚ ਜਾਂਦੇ ਸੀ, ਕਈ ਨਹੀਂ ਬਚਾ ਪਾਉਂਦੇ ਸੀਗੇ ਅਸੀਂ ਉਹਨਾਂ ਨੂੰ, ਕਿਉਂਕਿ ਜਦੋਂ ਜ਼ਿਆਦਾ ਓਵਰਡੋਜ਼ ਲੈ ਲੈਂਦੇ ਆ ਤੇ ਹਾਰਟ ਬਿਲਕੁਲ ਸਟਾਪ ਹੋ ਜਾਂਦਾ ਤੇ ਕਾਰਡੀਅਕ ਅਰੈਸਟ ਚਲੇ ਜਾਂਦੇ ਆ। ਸੋ ਉਦੋਂ ਫੀਲ ਹੋਇਆ ਕਿ ਨਹੀਂ, ਪੰਜਾਬ ਸਾਡਾ ਕਿਸੇ ਹੋਰ ਹੀ ਰਾਹ ਤੇ ਤੁਰ ਪਿਆ। ਸਾਡੇ ਪੰਜਾਬ ਦੀ ਰਾਜਨੀਤੀ ਤਾਂ ਗੰਦੀ ਹੈ ਹੀ, ਮੈਨੂੰ ਅੱਜ ਫੀਲ ਹੋ ਰਿਹਾ ਰਾਜਨੀਤੀ 'ਚ ਆ ਕੇ ਕਿ ਬਹੁਤ ਜ਼ਿਆਦਾ ਗੰਦੀ ਹੈ। ਬਟ ਉਦੋਂ ਲੱਗਿਆ ਕਿ ਨਹੀਂ, ਆਉਣਾ ਪਏਗਾ। ਅੱਜ ਇਹ ਸਾਡੇ ਨੇਬਰਹੁੱਡ 'ਚ ਹੋ ਰਿਹਾ ਤਾਂ ਮੇ ਵੀ ਕੱਲ੍ਹ ਨੂੰ ਸਾਡੇ ਘਰੇ ਵੀ ਹੋਵੇ, ਕਿਉਂਕਿ ਬਹੁਤ ਅੱਛੇ ਸਕੂਲਸ ਦੇ ਬੱਚੇ
ਮਤਲਬ ਜਿਨ੍ਹਾਂ ਦੀ ਫੈਮਿਲੀ ਨੂੰ ਕੋਈ ਪ੍ਰੋਬਲਮ ਹੀ ਨਹੀਂ ਸੀਗੀ, ਕੋਈ ਪੈਸੇ ਦੀ ਵੀ ਪ੍ਰੋਬਲਮ ਨਹੀਂ, ਜਿਨ੍ਹਾਂ ਨੂੰ ਕੋਈ ਉਹਨਾਂ ਦੇ ਇੰਨੇ ਸਕੂਲਸ ਦਾ ਅੱਛੇ ਸਕੂਲਸ ਦਾ ਸੋਚ ਵੀ ਨਹੀਂ ਸਕਦੇ ਕਿ ਇੰਨੇ ਅੱਛੇ ਸਕੂਲਸ ਦੇ ਬੱਚੇ 10th ਕਲਾਸ ਦੇ ਵਿੱਚ ਡਰੱਗਸ ਲੈ ਸਕਦੇ ਆ। ਸੋ ਉਦੋਂ ਲੱਗਿਆ ਕਿ ਨਹੀਂ, ਮੈਂ ਆਮ ਆਦਮੀ ਪਾਰਟੀ 2014 'ਚ ਜੁੜੀ ਸੀਗੀ। 2015 ਦੇ ਵਿੱਚ ਫਿਰ ਮੈਨੂੰ ਅਹੁਦਾ ਮਿਲਿਆ, ਆਬਜ਼ਰਵਰ ਲਗਾਇਆ ਗਿਆ ਸੀਗਾ। ਐਂਡ ਉਦੋਂ ਮੈਨੂੰ ਲੱਗਿਆ ਕਿ ਕਿਉਂਕਿ ਸਾਡਾ ਮੇਨ ਮੁੱਦਾ ਨਸ਼ੇ ਦਾ ਹੀ ਸੀਗਾ, ਸੋ ਇਸ ਕਰਕੇ ਮੈਂ ਪਾਰਟੀ ਦੇ ਨਾਲ ਜੁੜੀ। ਮੈਨੂੰ ਪਾਰਟੀ ਦੀਆਂ ਨੀਤੀਆਂ ਅੱਛੀਆਂ ਲੱਗੀਆਂ, ਸੋ ਉਸ ਰਸਤੇ ਚੱਲ ਪਏ ਆ। ਡਿਫਿਕਲਟ ਹੈ, ਬਹੁਤ ਮੁਸ਼ਕਿਲ ਹੋਏ ਹੋ ਉਦੋਂ ਜਦੋਂ ਤੁਸੀਂ ਦੇਖ ਲੈਂਦੇ ਸੀ ਇਹ? ਬਹੁਤ ਜ਼ਿਆਦਾ। ਡਾਕਟਰਾਂ ਦਾ ਦਿਲ ਹੁੰਦਾ, ਕਹਿੰਦੇ ਕਿ ਡਾਕਟਰ ਤਾਂ ਬੜੇ ਉਹ ਹੋ ਜਾਂਦੇ ਆ, ਸਖਤ ਹੋ ਜਾਂਦੇ ਆ, ਕਿਉਂਕਿ ਇਲਾਜ ਨਹੀਂ ਕੀਤਾ ਜਾਂਦਾ ਫਿਰ ਜੇ ਦਿਲ ਬੰਦਾ ਇਮੋਸ਼ਨਲ ਹੋ ਜੇ ਤਾਂ। ਨਹੀਂ ਸਰ, ਮੈਂ ਸੀਰੀਅਸਲੀ ਦੱਸਾਂ, ਅਸੀਂ ਡਾਕਟਰਸ ਨਾ ਅਸੀਂ ਮੈਰਿਜ ਐਨਵਰਸਰੀ ਭੁੱਲ ਜਾਂਦੇ ਆ। ਅਸੀਂ ਭੁੱਲ ਜਾਂਦੇ ਆ ਕਿ ਸਾਡੇ ਬੱਚਿਆਂ ਦਾ ਬਰਥਡੇ ਆ, ਜਾਂ ਅਸੀਂ ਭੁੱਲ ਜਾਂਦੇ ਆ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਦੋਂ ਕੋਵਿਡ ਲਾਸਟ ਈਅਰ 2020 ਚ ਆਪਣੇ ਆਇਆ ਸੀਗਾ, ਤੇ ਮੈਂ ਪ੍ਰੈਗਨੈਂਟ ਸੀਗੀ ਉਸ ਵੇਲੇ, 2 ਮੰਥ ਪ੍ਰੈਗਨੈਂਟ ਸੀਗੀ। ਉਦੋਂ ਮੈਨੂੰ ਮੇਰੀ ਫੈਮਿਲੀ ਨੇ ਵੀ ਕਿਹਾ, ਡਾਕਟਰ ਸਾਹਿਬ ਨੇ ਵੀ ਕਿਹਾ ਕਿ ਨਹੀਂ, ਛੁੱਟੀ ਅਪਲਾਈ ਕਰਦੇ, ਅਮਨ ਨਹੀਂ ਜਾਣਾ ਹੈਗਾ, ਪ੍ਰੈਗਨੈਂਟ ਹੈ। ਸੋ ਮੈਨੂੰ ਲੱਗਿਆ ਕਿ ਅਗਰ ਮੇਰੀ 150 to 200 ਦੀ OPD ਹੁੰਦੀ ਸੀ ਡੇਲੀ, ਸੋ ਮੈਨੂੰ ਲੱਗਿਆ ਕਿ ਅਗਰ ਡਰ ਕੇ ਬੈਠ ਗਈ ਤਾਂ ਫਿਰ ਸ਼ਕਲ ਨਹੀਂ ਦਿਖਾ ਪਾਵਾਂਗੀ ਕਦੇ ਮਿਰਰ 'ਚ ਦੇਖ ਕੇ ਨਾ, ਐਦਾਂ ਨਹੀਂ ਲੱਗੇਗਾ ਕਿ ਵਾਓ ਅਮਨ ਤੂੰ ਮਤਲਬ ਠੀਕ ਕਰ ਰਹੀ ਆ, ਇੱਕ ਸ਼ਰਮ ਆਏਗੀ। ਸੋ ਮੈਂ ਕਿਹਾ ਨਹੀਂ, ਮੈਂ ਤਾਂ ਜਾਊਂਗੀ, ਡੇਲੀ ਜਾਊਂਗੀ। ਐਂਡ ਮੈਂ ਇੱਕ ਵੀ ਛੁੱਟੀ ਨਹੀਂ ਲੱਤੀ ਪ੍ਰੈਗਨੈਂਸੀ 'ਚ। 8th ਮੰਥ ਸਾਨੂੰ ਪੂਰੇ ਹਸਪੀਟਲ 'ਚ ਸਭ ਨੂੰ ਕੋਵਿਡ ਹੋ ਗਿਆ ਸੀ, ਮੈਨੂੰ ਵੀ ਕੋਵਿਡ ਹੋ ਗਿਆ ਸੀ, ਬੇਟਾ ਵੀ 8th ਮੰਥ ਹੀ ਹੋ ਗਿਆ, ਕੋਵਿਡ ਹੋਇਆ ਸੀ, ਤੇ ਮੈਂਬਰੇਨਸ ਰਪਚਰ ਹੋ ਗਈਆਂ, ਡਿਲੀਵਰੀ ਕਰਨੀ ਪਈ, ਬੇਟਾ ਵੀ ਕਾਫੀ ਸਿੱਕ ਹੋ ਗਿਆ ਸੀਗਾ। ਬਟ ਉਹ ਵੀ 1 ਮੰਥ ਦਾ ਸੀਗਾ, ਤੇ ਮੈਨੂੰ ਕਾਲਸ ਆਉਣੀਆਂ ਸਟਾਰਟ ਹੋ ਗਈਆਂ। ਅਸੀਂ ਆਪਣੇ ਬੱਚਿਆਂ ਨੂੰ ਵੀ ਛੱਡ ਦਿੰਦੇ ਆ ਪਿੱਛੇ ਕਿ ਚਲੋ ਕੋਈ ਨਹੀਂ, ਇੰਨੇ ਲੋਕੀ ਆ, ਉਹ ਵਾਪਸ ਜਾਣਗੇ, ਇੰਨੀ ਦੂਰੋਂ ਆਏ ਆ, ਉਹਨਾਂ ਨੂੰ ਹੁੰਦਾ ਕਿ ਨਹੀਂ ਸਿਰਫ ਮੈਮ ਨੂੰ ਹੀ ਚੈੱਕ ਕਰਵਾਉਣਾ। ਸੋ ਡਾਕਟਰਸ ਆਪਣਾ ਸਭ ਕੁਝ ਮਿਸ ਕਰ ਸਕਦੇ, ਈਵਨ ਹਨੀਮੂਨ ਵੀ ਮਿਸ ਕਰ ਦਿੰਦੇ ਆ ਅਸੀਂ ਮੈਰਿਜ ਤੋਂ ਬਾਅਦ, ਸਿਰਫ ਪੇਸ਼ੈਂਟਸ ਦੇ ਲਈ। ਸੋ ਇੱਕ ਕਿਤੇ ਨਾ ਕਿਤੇ ਜੁੜੇ ਹੁੰਦੇ ਆ। ਜਦੋਂ ਪੇਸ਼ੈਂਟ ਕੋਈ ਬਚ ਜਾਂਦਾ ਹੈ ਨਾ, ਜਿਹਦੇ ਤੇ ਅਸੀਂ ਬਹੁਤ ਮਿਹਨਤ ਕਰੀਏ, ਤਾਂ ਅਸੀਂ ਪਾਰਟੀ ਕਰਨ ਵੀ ਜਾਂਦੇ ਆ। ਅੱਛਾ, ਇਸ ਤਰ੍ਹਾਂ ਵੀ ਹੁੰਦਾ ਹੈ? ਯੈਸ, ਸੀਰੀਅਸਲੀ। ਤਾਂ ਆਮ ਕਿਹਾ ਜਾਂਦਾ ਦਿਲ ਨਹੀਂ ਹੁੰਦਾ, ਡਾਕਟਰ ਸਿਰਫ ਅੱਜ ਕੱਲ ਤਾਂ ਇਹ ਕਹਿੰਦਾ ਕਿ ਪੈਸਾ ਲੁੱਟਦੇ ਨੇ, ਪੈਸੇ ਲੁੱਟਣ ਵਾਲੀ ਮਸ਼ੀਨ ਬਣ ਗਿਆ ਕਿੱਤਾ। ਪਹਿਲਾਂ ਰੱਬ ਦਾ ਦੂਜਾ ਰੂਪ ਕਹਿੰਦੇ ਸੀਗੇ, ਅੱਜ ਕੱਲ ਐਸੀਆਂ ਗੱਲਾਂ ਹੁੰਦੀਆਂ। ਤੁਸੀਂ ਕਹਿ ਰਹੇ ਹੋ ਕਿ ਕਦੇ ਏਦਾਂ ਹੋਇਆ, ਇਮੋਸ਼ਨਲ ਹੋਏ ਹੋ, ਕਿਸੇ ਦੀ ਮੌਤ ਹੋ ਜੇ ਜਾਂ ਕੋਈ ਮਰੀਜ਼ ਚਲਾ ਜਾਏ, ਆਪਣੇ ਪਰਿਵਾਰ ਵਰਗਾ ਲੱਗਿਆ ਕਦੇ? ਬਹੁਤ ਵਾਰ ਲੱਗਿਆ। ਐਕਚੁਅਲੀ ਕੀ ਹੁੰਦਾ ਕਿ ਥੋੜਾ ਦਿਲ ਤਾਂ ਸਖਤ ਹੋ ਜਾਂਦਾ ਹੈ, ਕਿਉਂਕਿ ਤੁਸੀਂ ਰੋਜ਼ ਜਦੋਂ ਦੇਖਦੇ ਹੋ ਆਪਣੇ ਸਾਹਮਣੇ ਜਾਂਦੇ, ਜਦੋਂ ਤੁਸੀਂ ਪੇਸ਼ੈਂਟ ਨਾਲ 2-3 ਦਿਨ ਗੱਲ ਕਰਦੇ ਹੋ, ਤੁਸੀਂ ਰਾਊਂਡ ਲੈਂਦੇ ਹੋ, ਉਹਨਾਂ ਨਾਲ ਇਮੋਸ਼ਨਲੀ ਥੋੜੇ ਜੁੜ ਜਾਈਦਾ। ਬਟ ਦੁੱਖ ਵੀ ਹੁੰਦਾ ਜਦੋਂ ਚਲੇ ਜਾਂਦੇ ਹੈ। ਸੋ ਬਹੁਤ ਵਾਰ ਏਦਾਂ ਹੋਇਆ ਕਿ ਕੋਈ ਬਹੁਤ ਯੰਗ ਪੇਸ਼ੈਂਟ ਆ ਗਿਆ ਜਾਂ ਕਿਸੇ ਦਾ ਏਦਾਂ ਹੋ ਗਿਆ, ਤਾਂ ਉਹਨੂੰ ਸ਼ਾਇਦ 1-2 ਦਿਨ ਭੁੱਲ ਨਹੀਂ ਪਾਉਂਦੇ ਹੈਗੇ। ਸੋ ਪ੍ਰੇ ਵੀ ਕਰਦੇ ਆ, ਜਦੋਂ ਵੀ ਸਰਜਰੀ ਕਰਦਾ ਕੋਈ ਵੀ ਸਰਜਨ, ਤਾਂ ਪ੍ਰੇ ਕਰਕੇ ਕਰਦੇ ਆ ਕਿ ਸਭ ਕੁਝ ਠੀਕ ਹੋ ਜਾਵੇ। ਇਹ ਬਹੁਤ ਇਮੋਸ਼ਨ ਦੀਆਂ ਗੱਲਾਂ ਨੇ। ਆਖਰੀ ਸਵਾਲ ਹੈ ਮੇਰਾ ਕਿ ਵਿਜ਼ਨ ਕੀ ਹੈ ਹੁਣ ਤੁਹਾਡਾ ਇੱਥੇ? ਤੁਸੀਂ ਕਹਿ ਰਹੇ ਹੋ ਸੋਨੂੰ ਸੂਦ ਦਾ ਕੋਈ ਖੌਫ ਨਹੀਂ ਹੈ ਤੁਹਾਨੂੰ, ਅਕਾਲੀ ਦਲ BJP ਪਹਿਲਾਂ ਦੇਖ ਚੁੱਕੇ ਨੇ ਲੋਕ, ਉਮੀਦ ਹੈਗੀ ਹੈ? ਪੂਰੀ ਉਮੀਦ ਹੈ ਸਰ, 100% ਉਮੀਦ ਹੈ, ਕਿਉਂਕਿ ਲੋਕੀ ਨਾਲ ਹੈ, ਮੋਗਾ ਦੇ ਨਿਵਾਸੀ ਮੇਰੇ ਨਾਲ ਹੈ, ਪਰਮਾਤਮਾ ਦੀਆਂ ਦੁਆਵਾਂ ਮੇਰੇ ਨਾਲ ਹੈ। ਸੋ ਮੈਨੂੰ ਲੱਗਦਾ ਕਿ 100% ਵੋਟ ਕਿਹਨੂੰ ਪਊ? ਤੁਹਾਨੂੰ ਪਊਗੀ, ਕੇਜਰੀਵਾਲ ਜੀ ਨੂੰ ਪਊਗੀ, ਭਗਵੰਤ ਮਾਨ ਦੇ ਨਾਂ ਨੂੰ ਪਊਗੀ? ਸਰ ਰਿਐਲਿਟੀ ਦੇ ਵਿੱਚ ਕੇਜਰੀਵਾਲ ਸਰ ਤੇ ਭਗਵੰਤ ਮਾਨ ਸਰ ਨੂੰ ਪਏਗੀ। ਮੈਨੂੰ ਜਿਹੜੇ ਲੋਕੀ ਜਾਣਦੇ ਹੈ, ਇਸ ਵਾਰ ਲੋਕੀ ਦਾ ਮਨ ਬਣਿਆ ਹੋਇਆ ਕਿ ਝਾੜੂ ਨੂੰ ਵੋਟ ਪਾਣੀ ਹੈ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਸਾਹਮਣੇ ਡਾਕਟਰ ਅਮਨ ਹੈ ਜਾਂ ਕੋਈ ਹੋਰ ਹੈ, ਇਹ ਮੈਟਰ ਕਰਦਾ। ਬਟ ਆਈ ਥਿੰਕ 10 to 20%, ਬਾਕੀ ਜਿਹੜਾ 80% ਆ ਉਹ ਪਾਰਟੀ ਦੇ ਨਾਮ ਨੂੰ ਵੋਟ ਪਏਗੀ। ਕੀ ਤੁਹਾਨੂੰ ਲੱਗਦਾ ਕਿ ਤੁਸੀਂ ਜਾਂ ਤੁਹਾਡੇ ਵਰਗੇ ਲੋਕ ਲੈਜਿਸਲੇਚਰ ਬਣਦੇ ਨੇ, ਅਸੈਂਬਲੀ 'ਚ ਜਾਂਦੇ ਹੋ, ਤਾਂ ਸਿਹਤ ਤੇ ਸਿੱਖਿਆ ਵਰਗੀਆਂ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਕੰਮ ਹੋਊਗਾ ਫਿਰ? ਆਫ ਕੋਰਸ ਸਰ, ਆਫ ਕੋਰਸ। ਇਹਨਾਂ ਚੀਜ਼ਾਂ ਦੇ ਲਈ ਅੱਗੇ ਆਏ ਆ, ਸ਼ਾਇਦ ਇਹਨਾਂ ਚੀਜ਼ਾਂ ਦੇ ਲਈ ਲੜ ਰਹੇ ਆ, ਕਿਉਂਕਿ ਸ਼ਾਇਦ ਰਾਜਨੀਤੀ 'ਚ ਆਣਾ ਕੋਈ ਇੰਨਾ ਜ਼ਿਆਦਾ ਮੇਰੇ ਲਈ ਇੰਪੋਰਟੈਂਟ ਨਹੀਂ ਸੀਗਾ, ਕਿਉਂਕਿ ਇੱਕ ਡਾਕਟਰ ਦੀ ਚੇਅਰ ਹੀ ਬਹੁਤ ਸੀਗੀ। ਸੋ ਕੰਮ ਕਰਨ ਲਈ ਆਏ ਆ। ਆਫ ਕੋਰਸ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਪੰਜਾਬ ਦੇ ਲੋਕੀ ਦੇਖਣਗੇ। ਸਰਕਾਰੀ ਹਸਪਤਾਲ ਮੈਂ ਇਮੇਜਿਨ ਕਰ ਸਕਦਾ ਕਦੇ ਮੈਦਾਂਤਾ ਵਰਗਾ
ਫੋਰਟਿਸ ਵਰਗਾ, ਮੈਕਸ ਵਰਗਾ, ਕਦੇ ਅਸੀਂ ਕੋਈ ਇੱਕ ਅੱਧਾ ਹੀ ਬਣ ਜੇ ਪੰਜਾਬ ਦੇ ਵਿੱਚ। ਜੀ ਜੀ ਜ਼ਰੂਰ ਸਰ, ਜ਼ਰੂਰ ਬਣਾਵਾਂਗੇ ਇੱਦਾਂ ਦਾ। ਪਰਮਾਤਮਾ ਕਰੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤੇ ਅਸੀਂ ਜਾਈਏ ਵਿਧਾਨ ਸਭਾ, ਤੇ ਇਹ ਤੁਸੀਂ ਇਮੇਜਿਨ ਨਹੀਂ, ਤੁਸੀਂ ਸੀਰੀਅਸਲੀ ਦੇਖੋਗੇ ਇੱਥੇ, ਕਿਉਂਕਿ ਸਾਡੇ ਮੋਗਾ ਨੂੰ ਮੈਨੂੰ ਨਹੀਂ ਪਤਾ ਕਿ ਕਿਉਂ ਨਹੀਂ ਸਿਵਲ ਹਸਪੀਟਲ ਹਜੇ ਤੱਕ ਬਾਹਰ ਬਣ ਪਾਇਆ। ਸਿਵਲ ਹਸਪੀਟਲ ਲਈ ਜਿਹੜੀ ਜ਼ਮੀਨ ਹੈਗੀ ਆ ਆਲਰੇਡੀ ਬਾਹਰ ਮਿਲੀ ਹੋਈ ਹੈ, ਕਿਉਂਕਿ ਜੋ ਵੀ ਹਸਪੀਟਲਸ ਆ ਸਰ ਉਹ ਸਿਟੀ ਤੋਂ ਬਾਹਰ ਹੋਣੇ ਚਾਹੀਦੇ ਆ, ਕਿਉਂਕਿ ਮੇਨ ਪ੍ਰੋਬਲਮ ਸਾਡੀ ਸਿਵਲ ਹਸਪੀਟਲ ਦੀ ਇਹ ਹੈ ਕਿ ਬਹੁਤ ਕੰਜਸਟਡ ਏਰੀਆ ਹੈ। ਰੇਲਵੇ ਫਾਟਕ ਕ੍ਰਾਸ ਕਰਕੇ ਜਾਣਾ ਪੈਂਦਾ ਜਾਂ ਫਿਰ ਨੀਮੇ ਪੁਲ ਤੋਂ ਜਾਣਾ ਪੈਂਦਾ। ਤੁਸੀਂ ਇਮੇਜਿਨ ਕਰ ਸਕਦੇ ਹੋਵੋਗੇ ਕਿ ਜਦੋਂ ਇੰਨਾ ਰਸ਼ ਹੁੰਦਾ ਹੈ ਉੱਥੇ, ਫਾਟਕ ਬੰਦ ਹੋ ਜਾਂਦੇ ਆ ਤੇ ਐਮਰਜੈਂਸੀਜ਼ ਪਹੁੰਚਣ 'ਚ ਕਿੰਨਾ ਡਿਲੇ ਹੋ ਜਾਂਦਾ। ਜਦੋਂ ਐਮਰਜੈਂਸੀ ਹੁੰਦੀ ਹੈ ਤੇ ਇੱਕ ਮਿੰਟ ਪੇਸ਼ੈਂਟ ਲਈ ਸਹਾਈ ਹੁੰਦਾ, ਇੰਪੋਰਟੈਂਟ ਹੁੰਦਾ। ਸੋ ਇਹ ਚੀਜ਼ ਜਿਹੜੀ ਹੈਗੀ ਆ ਆਲਰੇਡੀ ਜ਼ਮੀਨ ਹੋਈ ਸੀਗੀ ਸਿਵਲ ਹਸਪੀਟਲ ਦੇ ਲਈ, ਬਟ ਉਹ ਕਿਉਂ ਨਹੀਂ ਬਣਿਆ ਪਿਛਲੇ 5 ਸਾਲਾਂ 'ਚ, ਉਹ ਕਾਂਗਰਸ ਸਰਕਾਰ ਦੱਸੇਗੀ ਕਿ ਕਿਉਂ ਨਹੀਂ ਬਣਾਇਆ ਉਹਨਾਂ ਨੇ, ਜਾਂ ਅਕਾਲੀਆਂ ਨੇ ਕਿਉਂ ਨਹੀਂ ਬਣਾਇਆ ਉੱਥੇ। ਸੋ ਇਹ ਉਹੀ ਦੱਸ ਰਹੇ, ਆਫ ਕੋਰਸ ਸਰ ਬਣਾਵਾਂਗੀ, ਪਹਿਲ ਦੇ ਆਧਾਰ ਤੇ ਬਣਾਵਾਂਗੀ। ਜੀ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਡਾਕਟਰ ਅਮਨਦੀਪ ਕੌਰ। ਬਹੁਤ ਨਿੱਜੀ ਗੱਲਾਂ ਵੀ ਕੀਤੀਆਂ। ਨਵੀਂ ਗੱਲ ਮੈਨੂੰ ਇਹ ਪਤਾ ਲੱਗੀ ਕਿ ਡਾਕਟਰਸ ਇੰਨੇ ਇਮੋਸ਼ਨਲ ਵੀ ਹੁੰਦੇ ਆ, ਨਹੀਂ ਤਾਂ ਅਕਸਰ ਇੱਕ ਪਰਸੈਪਸ਼ਨ ਬਣੀ ਹੈ ਕਿ ਡਾਕਟਰਸ ਦਾ ਜਿਹੜਾ ਦਿਲ ਹੁੰਦਾ ਉਹ ਬੜਾ ਸਖਤ ਹੋ ਜਾਂਦਾ ਇਲਾਜ ਕਰਦੇ ਹੋਏ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ ਮੋਗਾ।